ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਨੌਵੇਂ ਕੇ ਸ਼ਲੋਕ 18ਵਾਂ। ਜੀ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਕਉ ਨਾਨਕ ਸੁਨ ਰੇ ਮਨਾ ਤਹਿ ਕਟ ਬ੍ਰਹਮ ਨਿਵਾਸ। ये माया ममता तजी सब ते पयो उदास, कहो नानक सुन रे मना तह कट ब्रह्म निवास। सतगुर वो गुरसिखां बारे वो अवस्था बारे सानू समझा रहे ने। ਜਦੋਂ ਗੁਰਸਿੱਖ ਗੁਰਸ਼ਬਦ ਦੀ ਕਮਾਈ ਕਰਕੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਸੰਸਾਰ ਦਾ ਤਿਆਗ ਕਰ ਦਿੰਦੇ ਨੇ, ਉਹਨਾਂ ਦੇ ਅੰਦਰ ਬ੍ਰਹਮ ਜਿਹੜੀ ਜੋਤ ਆ ਉਹ ਪ੍ਰਗਟ ਹੋ ਜਾਂਦੀ। ਬ੍ਰਹਮ ਤਾਂ ਹੈ ਹੀ, ਪਰ ਉਹ ਬ੍ਰਹਮ 'ਚ ਲੀਨ ਹੋ ਜਾਂਦੇ ਨੇ। ਬ੍ਰਹਮ ਕਰਕੇ ਤਾਂ ਸਾਡਾ ਸਾਥ ਚੱਲਦਾ ਹੈ। ਆਪਾਂ ਭਗਤ ਰਵਿਦਾਸ ਜੀ ਦਾ ਸ਼ਬਦ ਲੈਂਦੇ ਹਾਂ, ਜਿਨ ਜੀਓ ਪਿੰਡ ਦੀਆ ਸਭ ਰਿਸ ਘਬਰਾਵੇ, ਸਭ ਘਟ ਭੀਤਰ ਹਾਟ ਚਲਾਵੇ। ਬ੍ਰਹਮ ਕਰਕੇ ਤਾਂ ਸਾਡਾ ਹਾਟ ਚੱਲਦਾ ਹੈ। ਬ੍ਰਹਮ ਹੁਕਮ 'ਤੇ ਖੜਾ ਵਾ, ਉਹ ਕੁਦਰਤ ਭਾਵ ਹੁਕਮ, ਉਹ ਹੁਕਮ 'ਤੇ ਖੜਾ ਹੈ। ਉਹ ਕਿਹਨਾਂ ਦੇ ਅੰਦਰ ਉਹ ਜੋਤ ਪ੍ਰਗਟ ਹੁੰਦੀ ਹੈ। ਗੁਰਸਾਖੀ ਜੋਤ ਪ੍ਰਗਟ ਹੋਈ। ਆਪਾਂ ਰਹਿ ਸਤਿਗੁਰਾਂ ਦੇ ਬਚਨ ਲਈਏ, ਜਿਹੜੇ ਗੁਰ ਉਪਦੇਸ਼ ਨੂੰ ਸੁਣਦੇ ਰਹਿੰਦੇ ਆ, ਵਿਚਾਰਦੇ ਰਹਿੰਦੇ ਆ, ਔਰ ਉਹਦੀ ਖੋਜ 'ਚ ਲੱਗੇ ਰਹਿੰਦੇ, ਉਹਨਾਂ ਦੇ ਅੰਦਰ ਬ੍ਰਹਮ ਦਾ ਨਿਵਾਸ ਹੋ ਜਾਂਦਾ। ਉਹ ਬ੍ਰਹਮ ਲੀਨ ਹੋ ਜਾਂਦੇ ਨੇ, ਉਹਨਾਂ ਨੂੰ ਆਤਮ ਗਿਆਨ ਹੋ ਜਾਂਦਾ। ਆਪਾਂ ਇਹ ਕਹਿ ਲਓ, ਉਹ ਸੰਸਾਰ ਕੰਨੀ ਪਿੱਠ ਕਰ ਲੈਂਦੇ ਨੇ। ਪਰ ਸੱਚ ਦੇ ਗਿਆਨ ਤੋਂ ਬਿਨਾਂ ਖੇਲ ਹੀ ਨਹੀਂ ਸਮਝ ਆਉਣੀ ਆਪਾਂ ਨੂੰ। ਸਭ ਤੋਂ ਪਹਿਲਾਂ ਆਪਾਂ ਨੂੰ ਗੁਰ ਸ਼ਬਦ ਨਾਲ ਜੁੜ ਕੇ ਸੱਚ ਦਾ ਗਿਆਨ ਪੈਦਾ ਹੋਣਾ। ਹੁਣ ਸਾਡੇ ਕੋਲ ਕੀ ਗਿਆਨ ਹੈ? ਝੂਠ ਦਾ। ਫਾਸਨ ਕੀ ਵਿਦ ਸਭ ਕੁ ਜਾਣੇ, ਸੂਟਨ ਕੀ ਕੋਈ। ਸਾਰਿਆਂ ਕੋਲ ਸਾਡੇ ਕੋਲ ਜਿਹੜੀ ਵਿਧੀ ਹੈ ਫਸਣ ਦੀ ਹੈ। ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ ਹੈ ਕਿ ਅਸੀਂ ਗੁਰਬਾਣੀ ਨੂੰ ਸਮਝ ਲਾਂਗੇ। ਗੁਰਬਾਣੀ ਦੇ ਵਿੱਚ ਯੁੱਗ, ਕਾਲ, ਜੰਮਣਾ ਮਰਨਾ, ਕਿਵੇਂ ਜੀਵ ਆਉਂਦਾ ਹੈ, ਇਹ ਕਾਤੇ ਆਇਆ, ਕੀ ਕਰਨ ਆਇਆ, ਇਹ ਸਾਰੇ ਸਾਨੂੰ ਗੁਰਸ਼ਬਦ ਦੇ ਗਿਆਨ ਤੋਂ ਬਾਅਦ ਸਮਝ ਆਉਂਦੀ ਆ। ਜੋ ਅਸੀਂ ਧਰਮ ਕਰਮ ਕਰਦੇ ਹਾਂ ਉਹ ਸਾਰੇ ਸਰੀਰ ਕਰਕੇ ਕਰਦੇ ਹਾਂ। ਉਹ ਸਤਿਗੁਰ ਸਮਝਾਉਂਦੇ ਨੇ, ਧਰਮ ਕਰਮ ਪਖੰਡ ਜੋ ਦੀਸੇ ਜੰਮ ਜਗਾਤੀ ਲੂਟੀ, ਉਹ ਸਾਰੇ ਸਰੀਰ ਕਰਕੇ ਨੇ, ਸਰੀਰ ਦੇ ਨਾਲ ਹੀ ਸਮਾਪਤ ਹੋ ਜਾਂਦੇ ਨੇ। ਹੁਣ ਜਿਹੜੇ ਸਾਡੇ ਮਾਇਆ ਦੇ ਰਿਸ਼ਤੇ ਪਏ ਨੇ, ਅਸੀਂ ਆਪਦੀ ਮਤ ਨਾਲ ਤਾਂ ਇਹ ਕੱਟ ਨਹੀਂ ਸਕਦੇ। ਇਹਨੂੰ ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਮਨ ਰੇ ਹਉਮੈ ਮੋਹ ਦੁਖ ਭਾਰੀ, ਇਹ ਭਾਉ ਜਲ ਜਗਤ ਨਾ ਜਾਈ ਤਰਨਾ, ਗੁਰਮੁਖ ਤਰ ਹਰ ਤਾਰੀ। ਇਹ ਹਰ ਦੀ ਮਤ ਨਾਲ, ਹਰ ਦੇ ਗਿਆਨ ਨਾਲ, ਬਾਣੀ ਹਰ ਦਾ ਸਾਨੂੰ ਗਿਆਨ ਕਰਾਉਂਦੀ ਹੈ ਆਪਦੇ ਮੂਲ ਦਾ। ਹਰੀ ਬ੍ਰਹਮ ਹੈ, ਆਤਮਾ ਨੇ ਪ੍ਰਾਤਮਾ ਦਾ ਦਰਸ਼ਨ ਕਰਨਾ ਹੈ। ਇਹ ਜਿਹੜੇ ਸਾਡੇ ਮਮਤਾ ਦੇ, ਸੰਸਾਰ ਦੇ, ਮੋਹ ਦੇ ਰਿਸ਼ਤੇ ਪੈ ਗਏ, ਇਹ ਤਾਂ ਅਸੀਂ ਪਾ ਲਏ, ਇਹਨੂੰ ਕੱਟ ਨਹੀਂ ਸਕਦੇ ਹੈਗੇ। ਹੁਣ ਗੁਰਸ਼ਬਦ ਦੇ ਗਿਆਨ ਨਾਲ ਅਸੀਂ ਇਹ ਕੱਟਣੇ ਨੇ। ਇਹੀ ਤਾਂ ਭਗਤੀ ਹੈ। ਇਹ ਕਦੋਂ ਪੈ ਜਾਂਦੇ ਨੇ ਸਾਡੇ, ਕਦੋਂ ਸ਼ੁਰੂ ਹੋ ਜਾਂਦੇ ਨੇ? ਆਪਾਂ ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲੈਂਦੇ ਹਾਂ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਅਮਰ ਵਰਤਾ ਦਿੰਦੀ ਹੈ। ਕਦੋਂ? ਜਦੋਂ ਗਰਭ 'ਚੋਂ ਜੀਵ ਬਾਹਰ ਆਉਂਦਾ ਹੈ। ਕਾਨ ਕ੍ਰਿਸ਼ਨ ਜਾ ਦਮ ਪਿਆ, ਜਦੋਂ ਇਹ ਮਨ ਇਹ ਸਰੀਰ ਨਾਲ ਜੁੜ ਕੇ ਮਨ ਬੁੱਧੀ ਬਾਹਰ ਆ ਜਾਂਦੇ ਨੇ, ਹੁਕਮ ਨਾਲੋਂ ਟੁੱਟ ਜਾਂਦੇ ਨੇ। ਮਾਇਆ ਫਿਰ ਆਪਦਾ ਖੇਲ ਵਰਤਾ ਦਿੰਦੀ ਹੈ। ਮਾਇਆ ਦੇ ਰਿਸ਼ਤੇ ਸਾਡੇ ਸ਼ੁਰੂ ਹੋ ਜਾਂਦੇ ਨੇ। ਬੱਚਾ ਰੋਂਦਾ ਹੈ ਬਹੁਤ ਜਦੋਂ ਹੁਕਮ ਨਾਲ ਟੁੱਟਦਾ ਹੈ। ਉਹ ਟੁੱਟਣ ਕਰਕੇ ਹੀ ਰੋਂਦਾ ਹੈ, ਉਹੀ ਕਾਰਨ ਸੀ ਉਹਦਾ। ਹੁਕਮ ਦਾ ਪਾਲਕ ਹੈ। ਹੁਕਮ ਤਾਂ ਸ੍ਰਿਸ਼ਟੀ ਦਾ ਪਾਲਕ ਹੈ, ਸਾਰਿਆਂ ਦੀ ਪਾਲਣਾ ਕਰਦਾ ਹੈ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ, ਸਾਰਿਆਂ ਦੀ ਸੰਭਾਲ ਕਰਦਾ ਹੈ। ਹੁਕਮ ਕਰਕੇ ਤਾਂ ਸਾਰਾ ਚੱਲਦਾ ਹੈ। ਉਹੀ ਤਾਂ ਨਾਮ ਹੈ। ਨਾਮੇ ਹੀ ਉਤਪਤ ਨਾਮੇ ਹੀ ਪਰ ਲੋ, ਉਹੀ ਤਾਂ ਅਸੀਂ ਸਮਝਣ ਆਏ ਹਾਂ। ਜੀ ਜੰਤ ਸਭ ਤੁਧੋ ਪਾਈ, ਇੱਕ ਵੇਖ ਪਰਸਣ ਆਇਆ। ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਨੇ। ਇਹ ਆਤਮਾ ਪ੍ਰਾਤਮਾ ਦੇ ਚਰਨ ਪਰਸਣ ਆਈ ਹੈ, ਫੇਰ ਹੀ ਹੁਕਮ ਦਾ ਦਰਸ਼ਨ ਹੋਊ। ਉਸ ਤਾਂ ਸਿੱਧਾ ਹੀ ਦਰਸ਼ਨ ਪਾਲਦੇ ਹਾਂ। ਔਰ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ ਇਹ ਨਿਰਾਕਾਰ ਦੁਨੀਆ ਦਾ ਗਿਆਨ ਹੈ। ਸਾਨੂੰ ਗੁਰਬਾਣੀ ਕਰਾ ਰਹੀ ਹੈ, ਮਾਇਆ ਦੇ ਉਪਦੇਸ਼ ਦੇ ਕੇ ਸਾਨੂੰ ਸਮਝਾ ਰਹੀ ਹੈ। ਜਿੰਨੇ ਮਾਇਆ ਦੇ ਉਪਦੇਸ਼ ਹੈ ਤਾਂ ਸਮਝਣ ਖਾਤਰ ਨੇ, ਅਸੀਂ ਉਹ ਛੱਡ ਦੇਣੇ ਨੇ। ਜਿਹੜਾ ਬ੍ਰਹਮ ਗਿਆਨ ਹੈ, ਸੰਤ ਦਾ ਗਿਆਨ, ਉਹ ਅਸੀਂ ਲੈਣਾ ਵਾ, ਉਹਦੇ ਨਾਲ ਅਸੀਂ ਪਾਰ ਨਿਕਲਣਾ ਵਾ।
ਸੰਤ ਪ੍ਰਤਾਪ ਦੁਰੰਤ ਸਭ ਨਸੇ। ਜਿਹੜੀ ਦੂਰੀ ਪੈ ਗਈ ਹੈ ਸਾਡੀ, ਬਾਣੀ ਦੂਰੀ ਤੈਅ ਕਰਦੀ ਹੈ। ਗੁਰਚੇਲੇ ਕੀ ਸੰਧ ਮਿਲਾਏ, ਮਨ ਬੁੱਧੀ ਜਿਹੜੇ ਹੈਗੇ ਆਪਦੇ ਮੂਲ ਨੂੰ ਵਿਛੜ ਗਏ ਨੇ। ਹਰ ਬਿਸਰਤ ਸਦਾ ਖੁਆਰੀ, ਇਹਦੀ ਖੁਆਰੀ ਜਿਹੜੀ ਹੁਣ ਖਤਮ ਹੋਣੀ ਆ। ਜਿਹਨੇ ਵੀ ਖੁਆਰੀ ਇਹ ਖਤਮ ਕਰਨੀ ਹੈ ਤਾਂ ਉਹਨੂੰ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਣਾ ਪਊਗਾ ਔਰ ਪਾਣੀ 'ਚ ਰਹਿਣਾ ਪਊਗਾ, ਫੇਰ ਹੀ ਕਾਲ ਛੱਡੂਗਾ। ਜਿਹੜੇ ਮਮਤਾ ਦੇ ਰਿਸ਼ਤੇ ਅਸੀਂ ਪਾ ਲਏ, ਮੋਹ ਦਾ ਜਾਲ ਹੈ ਬਹੁਤ ਵੱਡਾ, ਆਪਦੇ ਆਪ ਅਸੀਂ ਕਿਵੇਂ ਕੱਟ ਸਕਦੇ ਹਾਂ। ਸਿਫਤੀ ਗੰਢ ਪਵੇ ਦਰਬਾਰ, ਪੁੱਤੀ ਗੰਢ ਪਵੇ ਸੰਸਾਰ। ਇਹ ਸੰਸਾਰ ਜਿਹੜੀ ਗੰਢ ਪੈ ਗਈ ਅਸੀਂ ਆਪ ਹੀ ਪਾਈ ਹੈ, ਹੁਣ ਤੋੜਨੀ ਆ। ਮਨ ਤੇ ਪੈਖੜ ਤੋਂ ਛੁੱਟੇ ਜੇ ਗੁਰਕਾਰ ਕਮਾਏ, ਗੁਰ ਸ਼ਬਦ ਦੀ ਕਮਾਈ ਕਰਨੀ ਹੈ ਅਸੀਂ। ਪਰ ਇਹ ਸਰੀਰ 'ਚ ਰਹਿੰਦਿਆਂ ਪਹਿਲਾਂ ਹੀ ਇਹ ਪ੍ਰਾਪਤੀ ਕਰਨੀ, ਅਸੀਂ ਆਪਦੇ ਘਰ ਪਹੁੰਚਣਾ ਵਾ। ਇਹ ਮੋਹ ਦਾ ਜਾਲ ਬਹੁਤ ਵੱਡਾ ਹੈ, ਆਪਾਂ ਪਿੱਛੇ ਵੀ ਵਿਚਾਰ ਕੀਤੀ ਹੈ। ਇਹ ਆਪਦੇ ਆਪ ਨਹੀਂ ਅਸੀਂ ਕੱਟ ਸਕਦੇ। ਸਤਿਗੁਰਾਂ ਦੇ ਵਚਨ ਲੈਣੇ ਆਪਾਂ ਸੁਖਮਨੀ ਸਾਹਿਬ ਦੇ, ਗੁਰ ਕੀ ਮਤੁ ਲਿਹੋ ਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਆਪਦੀ ਸਿਆਣਪ ਅੱਜ ਤੱਕ ਇੱਥੋਂ ਕੋਈ ਨਹੀਂ ਨਿਕਲਿਆ ਹੈਗਾ। ਅਸੀਂ ਗੁਰ ਕੀ ਮੱਤ ਲੈਣੀ ਹੈ। ਗੁਰ ਕੀ ਮੱਤ ਭਾਵ ਗਿਆਨ ਮੱਤ, ਗਿਆਨੀਆਂ ਦਾ ਮਾਰਗ ਹੈ, ਗੁਰਮੁਖਾਂ ਦਾ ਮਾਰਗ ਹੈ, ਸੰਤ ਜਨਾਂ ਦਾ ਮਾਰਗ ਹੈ। ਅਸੀਂ ਇਹਦਾ ਓਟ ਆਸਰਾ ਲੈਣਾ ਵਾ, ਫਿਰ ਸਾਨੂੰ ਸਮਝ ਆਉਣੀ ਹੈ ਖੇਲ ਦੀ। ਬ੍ਰਹਮ ਮੇਰੇ ਕਾ ਬੜ ਤਮਾਸਾ, ਸਾਡੀ ਬੁੱਧੀ ਦਾ ਵਿਸ਼ਾ ਨਹੀਂ ਐਡੇ ਤਮਾਸੇ ਨੂੰ ਸਮਝ ਲਵੇ। ਕਹਾਂ ਬੁਝਾਰਤ ਬੁੱਝੇ ਡੋਰਾ, ਨਿਸਕਈਏ ਤਾਂ ਸਮਝੇ ਪੂਰਾ। ਜੀਵਨ ਰਾਤ ਹੈ, ਦਿਨ ਦੱਸੀ ਜਾਂਦਾ ਵਾ। ਚਿੜੀ ਚੁੰਕੀ ਪੋ ਫੁੱਟੀ, ਵਚਨ ਬਹੁਤ ਰੰਗ। ਪੋ ਫੁੱਟਦੀ ਆ, ਜਾਨਵਰ ਆਪਦੇ ਕੰਮਾਂ ਕਾਰਾਂ ਨੂੰ ਜਾਂਦੇ ਆ, ਰੋਜੀ ਰੋਟੀ ਨੂੰ ਜਾਂਦੇ ਆ। ਉਹਨਾਂ ਦੇ ਅੰਦਰ ਇੱਛਾ, ਭੁੱਖ, ਮਾਇਆ ਸਰੀਰ ਦੀ ਖੁਰਾਕ ਦੀ ਪੈਦਾ ਹੁੰਦੀ ਹੈ, ਉਹ ਆਵਾਜ਼ਾਂ ਕਰਦੇ। ਇਵੇਂ ਹੀ ਸਤਿਗੁਰ ਸਮਝਾਉਂਦੇ ਨੇ, ਜਦੋਂ ਆਤਮਾ ਜਾਗਦੀ ਹੈ ਸਾਡੀ, ਇਹਦਾ ਅੰਮ੍ਰਿਤ ਵੇਲਾ ਹੁੰਦਾ ਵਾ। ਬਿਵੀਆ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਫਿਰ ਇਹਦੀ ਪੁਕਾਰ ਸੁਣੀ ਜਾਂਦੀ ਹੈ। ਹਾਲੇ ਤਾਂ ਸੁੱਤਾ ਪਿਆ ਇਹ, ਅੰਸ਼ ਰੂਪ ਜਾਗਦਾ ਹੈ, ਮਾਇਆ ਕਰਕੇ ਜਾਗਦਾ। ਜਿਹੜਾ ਆਪਦਾ ਕੰਮ ਕਰਨਾ ਹੈ ਉਹਦੇ ਬੰਨੀ ਸੁੱਤਾ ਪਿਆ ਵਾ। ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਨੇ ਪ੍ਰਾਪਤ ਕਰਨੀ ਹੈ। ਸਾਧ ਸੰਗਤ ਕੀ ਹੁੰਦੀ ਹੈ? ਗੁਰ ਸ਼ਬਦ ਦੀ ਸੰਗਤ। ਗੁਰ ਸ਼ਬਦ 'ਚੋਂ ਗਿਆਨ ਪੈਦਾ ਹੋਊਗਾ, ਫਿਰ ਅੰਤਰਾਤਮਾ ਦੀ ਆਵਾਜ਼ ਨੂੰ, ਜਿਹੜਾ ਸਾਡਾ ਹਾਰਟ ਚਲਾ ਰਿਹਾ, ਉਹਨੂੰ ਸਾਧ ਕਿਹਾ ਹੈ, ਸੰਤ ਵੀ ਉਹਨੂੰ ਕਿਹਾ ਹੈ। ਉਹਦੇ ਨਾਲ ਮਿਲ ਕੇ ਜਦੋਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ, ਉਹਨੂੰ ਅਵਸਥਾ ਨੂੰ ਸਾਧ ਸੰਗਤ ਕਿਹਾ ਬਾਣੀ ਵਿੱਚ। ਉਹੀ ਅਸੀਂ ਪ੍ਰਾਪਤ ਕਰਨੀ ਹੈ। ਪਰ ਸੱਚ ਦੇ ਗਿਆਨ ਤੋਂ ਬਿਨਾਂ ਮੋਹ ਦਾ ਜਾਲ ਤਾਂ ਕੱਟਿਆ ਨਹੀਂ ਜਾਣਾ। ਹੁਣ ਉਹ ਗੁਰਸਿੱਖ ਬਾਰੇ ਸਤਿਗੁਰ ਸਮਝਾ ਰਹੇ ਨੇ, ਇਹ ਮਾਇਆ ਮਮਤਾ ਤਜੀ ਸਭ ਤੇ ਪਇਓ ਦਾਸ। ਜਿਹੜੇ ਗੁਰਸਿੱਖ ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਉਹ ਜਿਉਂਦੇ ਹੀ ਇਹ ਸਰੀਰ ਦਾ ਮੋਹ ਛੱਡ ਦਿੰਦੇ ਨੇ। ਉਹ ਗੁਣਾਂ ਦੀ ਪ੍ਰਾਪਤੀ ਕਰ ਲੈਂਦੇ ਨੇ, ਉਹ ਨਿਰਭਉ ਹੋ ਜਾਂਦੇ ਨੇ। ਨਿਰਭਉ ਹੋਏ ਭਜੇ ਭਗਵਾਨ, ਉਹਦੇ ਗੁਣ ਗਾਉਂਦੇ ਨੇ, ਨਿਰਭਉ ਹੋ ਕੇ ਜਸ ਕਰਦੇ ਨੇ। ਸੰਸਾਰ ਨਾਲ ਉਹਨਾਂ ਦਾ ਵੈਰ ਵਿਰੋਧ ਖਤਮ ਹੋ ਜਾਂਦਾ, ਨਿਰਵੈਰ ਵਾਲੀ ਗੁਣ ਵੀ ਉਹਨਾਂ 'ਚ ਪ੍ਰਾਪਤ ਹੋ ਜਾਂਦਾ ਹੈ। ਕਾਲ ਤੋਂ ਮੁਕਤ ਹੋ ਜਾਂਦੇ ਨੇ। ਸਰੀਰ 'ਚ ਜਿਉਂਦੇ ਹੀ ਮੋਹ ਤਿਆਗ ਕੇ ਆਪਦੇ ਘਰ ਚਲੇ ਜਾਂਦੇ। ਆਪਾਂ ਪਵਨ ਗੁਰੂ ਪਾਣੀ ਪਿਤਾ ਸਲੋਕ ਦੇ ਵਿਚਾਰ ਕਰ ਲੈਂਦੇ ਹਾਂ। ਸਤਿਗੁਰ ਕੀ ਸਮਝਾਉਂਦੇ ਨੇ? ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਆ ਸੰਸਾਰੀ ਮਸਕਤ, ਜਿਹੜਾ ਜੰਮਣ ਮਰਨਾ, ਔਖੀ ਘੜੀ, ਸਾਰਾ ਉਹਨਾਂ ਦਾ ਕੱਟਿਆ ਜਾਂਦਾ। ਉਹੀ ਸਤਿਗੁਰ ਸਮਝਾਉਂਦੇ ਨੇ। ਕਹੋ ਨਾਨਕ ਸੁਣ ਰੇ ਮਨਾ, ਤਹਿ ਘਟ ਬ੍ਰਹਮ ਨਿਵਾਸ। ਉਹ ਬ੍ਰਹਮ ਦਾ ਨਿਵਾਸ ਉਹਨਾਂ ਦੇ ਅੰਦਰ। ਬ੍ਰਹਮ ਦਾ ਨਿਵਾਸ ਤਾਂ ਹੈ। ਅਸੀਂ ਦੂਰ ਸੀਗੇ, ਕਰਨੀ ਆਪੋ ਆਪਣੀ ਕਹਿ ਨੇੜੇ ਦੂਰ। ਜਦੋਂ ਗੁਰ ਉਪਦੇਸ਼ ਰਾਹੀਂ ਅਸੀਂ ਚੱਲਦੇ ਹਾਂ, ਫਿਰ ਅਸੀਂ ਨੇੜੇ ਹੋ ਜਾਂਦੇ ਹਾਂ। ਉਹ ਬ੍ਰਹਮ ਲੀਨ ਹੋ ਜਾਂਦੇ। ਫਿਰ ਇਹਨਾਂ ਦੀ ਭਗਤੀ ਸ਼ੁਰੂ ਹੁੰਦੀ ਹੈ ਨਾਮ ਦੀ। ਨਾਮ ਕੀ ਹੈ? ਹੁਕਮ। ਇੱਕੋ ਨਾਮ ਹੁਕਮ ਹੈ, ਸਤਿਗੁਰ ਦੀ ਹੈ ਬਜਾਏ। ਨਾਮ ਨਾਲ ਤਾਂ ਸ੍ਰਿਸ਼ਟੀ ਪੈਦਾ ਹੁੰਦੀ ਹੈ। ਨਾਮੇ ਹੀ ਉਤਪਤ, ਨਾਮੇ ਹੀ ਪਰਲੋ। ਨਾਮ ਇੱਕ ਬਹੁਤ ਵੱਡੀ ਸ਼ਕਤੀ ਹੈ, ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ ਹੈਗਾ। ਅਸੀਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਰਹਿਣਾ ਹੈ, ਸਾਨੂੰ ਇਹ ਅਵਸਥਾ ਪ੍ਰਾਪਤ ਹੋਊਗੀ। ਇਹਦੀ ਖਾਤਰ ਤਾਂ ਸਾਡਾ ਜੀਵਨ ਸਾਨੂੰ ਮਿਲਿਆ ਵਾ। ਨਦੀਆਂ ਪਵੈ ਸਮੁੰਦਰ ਨਾ ਜਾਣੀਏ, ਨਦੀਆਂ ਨਾਲੇ ਨਹੀਂ ਜਾਣਦੇ ਸਮੁੰਦਰ ਨੂੰ, ਪਰ ਇੱਕ ਦਿਨ ਜਾ ਕੇ ਸਮਾ ਜਾਂਦੇ ਨੇ ਉਹਦੇ ਵਿੱਚ। ਸਮੁੰਦਰ ਆਪਦਾ ਰੂਪ ਉਹਨੂੰ ਦੇ ਦਿੰਦਾ ਹੈ। ਜਿਹੜੇ ਸਾਡੀ ਮੱਤ ਹੈ ਇਹ ਸਮਾਪਤ ਹੋ ਜਾਂਦੀ ਹੈ, ਗੁਰ ਕੀ ਮੱਤ ਪ੍ਰਗਟ ਹੁੰਦੀ ਹੈ। ਉਪਜਿਆ ਸਹਿਜ ਗਿਆਨ ਮੱਤ ਜਾਗੀ। ਜਦੋਂ ਕੁਦਰਤ ਦੀ ਰਹਿਮਤ ਹੁੰਦੀ ਹੈ, ਉਹ ਗੁਰਸਿੱਖ ਜਿਹੜੇ ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਫਿਰ ਗਿਆਨ ਮੱਤ ਪੈਦਾ ਹੁੰਦੀ ਹੈ। ਉਹ ਪਹਿਲਾ ਪਦਾਰਥ ਹੈ ਸੰਸਾਰ 'ਚ ਆਪਣਾ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲਾਗੇ। ਇਹ ਸਾਧ ਜਨਾਂ ਦੀ ਬਾਣੀ ਹੈ, ਆਪਾਂ ਉਹਨਾਂ ਦੇ ਅਨੁਸਾਰ ਚੱਲਣਾ ਵਾ, ਫਿਰ ਆਪਾਂ ਨੂੰ ਚਾਰ ਪਦਾਰਥਾਂ ਦੀ ਪ੍ਰਾਪਤੀ ਹੋਣੀ ਹੈ। ਪਦਾਰਥ ਸਾਨੂੰ ਕੋਈ ਵੀ ਨਹੀਂ ਮਿਲਿਆ, ਭਗਤ ਅਸੀਂ ਫਿਰ ਬਣ ਜਾਵਾਂਗੇ। ਉਹ ਭਰਮੇ ਸੀ ਸਾਡਾ, ਉਹ ਸਰੀਰ ਕਰਕੇ ਅਸੀਂ ਪੂਰਨ ਮੰਨੀ ਜਾਂਦੇ ਹਾਂ। ਕਾਲ ਨਹੀਂ ਛੱਡਦਾ ਰਾਜਾ ਪਰਜਾ ਸਮ ਕਰ ਮਾਰੇ, ਐਸੋ ਕਾਲ ਬਡਾਨੀ ਰੇ।
ਇਹ ਆਪਾਂ ਪ੍ਰਾਪਤੀ ਕਰਨੀ ਹੈ। ਆਪਾਂ ਨੂੰ ਵੀ ਇਹ ਅਵਸਥਾ ਪ੍ਰਾਪਤ ਹੋਊਗੀ ਜੇ ਅਸੀਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ। ਉਹੀ ਸਤਿਗੁਰ ਸਮਝਾਉਂਦੇ ਨੇ ਕਿਵੇਂ ਪ੍ਰਾਪਤ ਹੋਵੇ ਸਾਨੂੰ। ਉਹ ਗੁਰਸਿੱਖ ਕਿਵੇਂ ਰਹਿੰਦੇ ਨੇ ਜਿਹੜੇ ਉਹਦੇ ਭਾਣੇ ਚੱਲਦੇ ਨੇ। ਆਪਾਂ ਸੋਹੀ ਕਬੀਰ ਜੀ ਦਾ ਸ਼ਲੋਕ ਲੈਂਦੇ ਹਾਂ। ਥਰ ਹਰ ਕੰਪੇ ਬਾਲਾ ਜੀਓ, ਨਾ ਜਾਣੂ ਕਿਆ ਕਰਸੀ ਪੀਓ। ਇਹ ਮਨ ਬੁੱਧੀ ਭੈ 'ਚ ਰਹਿੰਦੇ ਨੇ। ਭੈ ਤੋਂ ਬਿਨਾਂ ਕੁਦਰਤ ਦੀ ਭਗਤੀ ਨਹੀਂ ਹੁੰਦੀ ਹੈ। ਭੈ ਗਿਆਨ ਤੋਂ ਬਿਨਾਂ ਨਹੀਂ ਪੈਦਾ ਹੁੰਦਾ। ਭੈ ਬਿਨ ਭਗਤ ਨਾ ਹੋਵੇ, ਨਾ ਸੁਖ ਬਸੇ ਮਨ ਆਏ। ਨਾਨਕ ਨਾਮ ਵੀ ਹੋਣੇ ਜਾਸੀ ਜਨਮ ਗਵਾਏ। ਜਨਮ ਗਵਾ ਕੇ ਚਲੇ ਜਾਵਾਂਗੇ ਅਸੀਂ। ਆਓ ਸਾਰੇ ਮਿਲ ਕੇ ਅਸੀਂ ਇਹਨੂੰ ਸਮਝੀਏ, ਵਿਚਾਰੀਏ, ਜੋ ਗਿਆਨ ਪੈਦਾ ਹੋ ਜੀ, ਇਹਦੇ ਨਾਲ ਸਾਡਾ ਮਨ ਟਿਕੂਗਾ, ਫਿਰ ਸਾਡੀ ਭਗਤੀ ਸ਼ੁਰੂ ਹੋਣੀ ਹੈ। ਜਦੋਂ ਮਨ ਟਿਕ ਜਾਂਦਾ ਉਹਨੂੰ ਸਹਿਜ ਅਵਸਥਾ ਕਿਹਾ ਵਾ, ਸਹਿਜ ਦੁਨੀਆ ਚਲਿਆ ਜਾਂਦਾ ਵਾ, ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਆ। ਹਾਲੇ ਤਾਂ ਸਾਡੇ ਅੰਦਰੋਂ ਕਲਪਨਾ ਨਹੀਂ ਗਈ, ਕਾਲ ਤਾਂ ਛੁਟਕਾਰਾ ਹੀ ਨਹੀਂ ਹੋਇਆ ਸਾਡਾ, ਭਗਤੀ ਕਿਵੇਂ ਸ਼ੁਰੂ ਹੋਊਗੀ। ਪਰ ਫਿਰ ਵੀ ਅਸੀਂ ਮੰਨੀ ਬੈਠੇ ਹਾਂ, ਉਹ ਅਗਿਆਨਤਾ ਹੀ ਹੈ ਸਾਡੀ। ਭਗਤ ਕਬੀਰ ਜੀ ਸਮਝਾਉਂਦੇ ਨੇ, ਥਰ ਹਰ ਕੰਪੇ ਬਾਲਾ ਜੀਓ, ਨਾ ਜਾਣੀ ਕਿਆ ਕਰਸੀ ਪੀਓ। ਅਸੀਂ ਉਹ ਕੁਦਰਤ ਦਾ ਵਿਰੋਧ ਕਰਦੇ ਰਹੇ, ਹੁਕਮ ਦਾ ਵਿਰੋਧ ਕਰਦੇ ਰਹੇ, ਪਾਪ ਇਕੱਠੇ ਕਰਦੇ ਰਹੇ, ਗੁਣਾ ਗਵਾਈ ਇਕੱਠੜੀ, ਔਗਣ ਚੱਲੀ ਬਨ ਔਗਣ ਇਕੱਠੇ ਕਰਦੇ ਰਹੇ। ਫਿਰ ਉਹ ਮਨ ਬੁੱਧੀ ਨੂੰ ਜਦੋਂ ਗਿਆਨ ਹੁੰਦਾ, ਉਹ ਭੈ 'ਚ ਰਹਿੰਦੇ ਨੇ, ਡਰਦੇ ਨੇ। ਨਾ ਜਾਣੀ ਕਿਆ ਕਰਸੀ ਪੀਓ, ਪਤਾ ਨਹੀਂ ਕੀ ਹੋ ਸਾਡੇ ਨਾਲ। ਹੋਣਾ ਕੁਛ ਨਹੀਂ ਹੈਗਾ, ਲੇਕਿਨ ਭੈ ਪੈਦਾ ਹੋ ਗਿਆ। ਭੈ ਤੋਂ ਬਿਨਾਂ ਇਹ ਭਗਤੀ ਨਹੀਂ ਹੁੰਦੀ ਹੈਗੀ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ। ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਆਏ। ਭਗਤ ਜੀ ਸਮਝਾਉਂਦੇ ਨੇ, ਸਾਰਾ ਜੀਵਨ ਜਾ ਰਿਹਾ ਹੈ ਆਪਣਾ, ਔਧ ਕਟੇ ਦਿਨ ਸਿਰਨ ਆ ਰਹੇ। ਮਨ ਮਿਲ ਗੁਰ ਕਾ ਸਵਾਰੇ, ਮਨ ਮਿਲ ਗੁਰ ਕਾ ਸਵਾਰੇ। ਗੁਰ ਤੋਂ ਭਾਵ ਗੁਰ ਸ਼ਬਦ ਗਿਆਨ ਦਾ ਲੈ ਕੇ ਆਪਦਾ ਕਾਰ ਸਵਾਰ ਲੈ, ਸੰਸਾਰ ਤੋਂ ਛੁਟਕਾਰਾ ਲੈ ਲਾ। ਇਹ ਮੌਕਾ ਮਿਲਿਆ ਵਾ। ਸਮਾਂ ਤਾਂ ਭੱਜਿਆ ਜਾ ਰਿਹਾ ਹੈ। ਰਾਤ ਸੌਂ ਕੇ ਕੱਢਤੀ। ਭਗਤ ਜੀ ਕਹਿੰਦੇ, ਦਿਨ ਵੀ ਨਾ ਜਾਏ ਭਾਈ। ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਆਏ। ਬਚਪਨ, ਜਵਾਨੀ, ਬੁਢਾਪਾ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ। ਹੁਣ ਜਦੋਂ ਸਮਾਂ ਆ ਜਾਂਦਾ ਹੈ, ਸਾਡਾ ਸਮਾਂ ਐਂ ਹੀ ਚਲੇ ਜਾਂਦਾ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ, ਰਹਾਓ। ਕਾਚੇ ਕਰਵੇ ਰਹੇ ਨਾ ਪਾਣੀ, ਹੰਸ ਚੱਲਿਆ ਕਾਇਆ ਕੁਮਲਾਨੀ। ਹੰਸ ਤੋਂ ਭਾਵ ਆ ਜਿਹੜੀ ਅੰਤਰਾਤਮਾ ਦੀ ਆਵਾਜ਼ ਹੈ, ਜਿਹਨੂੰ ਹਰ ਕਰਕੇ ਕਿਹਾ, ਆਰਾਮ ਕਰਕੇ ਕਿਹਾ, ਗੋਬਿੰਦ ਕਰਕੇ ਕਿਹਾ। ਉਹਦੀ ਕਿਰਪਾ ਸ਼ਕਤੀ ਨਾਲ ਸਾਡਾ ਇਹ ਸਰੀਰ ਜਿਹੜਾ ਚੱਲਦਾ ਵਾ। ਮਨ ਤਾਂ ਉੜਦਾ ਫਿਰਦਾ ਵਾ, ਮਨ ਕਰਕੇ ਥੋੜ੍ਹੀ ਚੱਲਦਾ ਵਾ। ਉਹਦੀ ਕਿਰਪਾ ਨਾਲ ਸਾਡਾ ਹਾਰਟ ਚੱਲਦਾ ਵਾ। ਇਹ ਕੱਚਾ ਭਾਂਡਾ ਸਰੀਰ ਸਾਡਾ, ਬਾਹਰਲੀ ਦੇਹੀ ਦੀ ਗੱਲ ਨਹੀਂ, ਅੰਦਰਲੀ। ਇਹ ਕਦ ਤੱਕ ਰੱਖਾਂਗੇ ਫਰੀਦਾ ਕੱਚੇ ਭਾਂਡੇ? ਕਦ ਤੱਕ ਇਹ ਕੱਚੇ ਭਾਂਡੇ ਦੇ ਵਿੱਚ ਅਸੀਂ ਪਾਣੀ ਕਿੰਨਾ ਕੁ ਚਿਰ ਰਹੂਗਾ? ਕੋਈ ਬਾਬਾ ਫਰੀਦ ਜੀ ਸਮਝਾ ਰਹੇ ਨੇ, ਗੋਰ ਨਮਾਣੀ ਸੰਡ ਕਰੇ ਨਕਰਿਆਂ ਕਰ ਆਓ, ਸਰ ਪਰ ਇੱਥੇ ਆਵਣਾ ਮਰਨੋਂ ਨਾ ਡਰਿਓ। ਫਰੀਦਾ, ਇਹ ਸਰੀਰ ਤਾਂ ਛੱਡਣਾ ਹੀ ਪੈਣਾ ਸਾਨੂੰ, ਸੰਸਾਰ ਤਾਂ ਛੱਡਣਾ ਹੀ ਪੈਣਾ। ਸਾਡਾ ਜਾਣ ਨੂੰ ਜੀ ਨਹੀਂ ਕਰਦਾ, ਪਰ ਸਾਨੂੰ ਛੱਡਣਾ ਹੀ ਪੈਣਾ ਇੱਕ ਦਿਨ। ਇਹ ਬਾਰੀ ਆਪੋ ਆਪਣੀ ਚੱਲੇ ਸੇਖ ਮਸਾਇ। ਕਿੱਡਾ ਵੱਡਾ ਵੀ ਸੰਸਾਰ 'ਚ ਕੋਈ ਉੱਚੀ ਪਦਵੀ ਪ੍ਰਾਪਤ ਕਰ ਲੇ, ਸੰਸਾਰ ਉਹਨੂੰ ਕਿਉਂ ਨਾ ਮੰਨਦਾ ਹੋਵੇ, ਪਰ ਜਾਣਾ ਹੀ ਪੈਂਦਾ ਇੱਥੇ। ਜਦੋਂ ਹੁਕਮ ਆਉਂਦਾ ਹੈ, ਇੱਕ ਨਹੀਂ ਚੱਲਦੀ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਉਹੀ ਭਗਤ ਜੀ ਸਮਝਾ ਰਹੇ। ਕਾਚੇ ਕਰਵੇ ਰਹੇ ਨਾ ਪਾਣੀ। ਕੱਚੇ ਭਾਂਡੇ 'ਚ ਕਿੰਨਾ ਕੁ ਚਿਰ ਪਾਣੀ ਰੱਖਾਂਗੇ ਆਪਾਂ ਭਾਈ? ਇਹ ਸਰੀਰ ਨੂੰ, ਇਹ ਮਨ ਨੂੰ, ਇਹਦਾ ਟਾਈਮ ਪੈ ਚੁੱਕਿਆ ਵਾ। ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤਿਲ। ਦੇਖ ਲਓ ਭਾਈ, ਗੁਰ ਸ਼ਬਦ ਦਾ ਗਿਆਨ ਲੈ ਕੇ ਦੇਖ ਲਓ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਲਿਖਾ ਕੇ ਆਇਆ ਸਮਾਂ ਹੈ। ਹੁਣ ਜੀਵਨ ਸਾਜਣਾ ਸੀ, ਮਾਈ ਨੇ ਉਹ ਅਸੀਂ ਛੱਡਤੀ ਕਿ ਸਾਨੂੰ ਗਿਆਨ ਨਹੀਂ ਹੈਗਾ। ਹੰਸ ਚੱਲਿਆ ਕਾਇਆ ਕੁਮਲਾਣੀ। ਜਦੋਂ ਜਿਹਦੀ ਕਿਰਪਾ ਨਾਲ ਸਾਡਾ ਹਾਰਟ ਚੱਲਦਾ, ਬ੍ਰਹਮ ਹਰ ਕਹਿ ਲਓ, ਅਨੇਕਾਂ ਹੀ ਉਹ ਗੁਣਵਾਚਕ ਨਾਂ ਨੇ ਦੇ ਕੇ ਸਮਝਾਇਆ ਸਤਿਗੁਰਾਂ ਨੇ ਸਾਨੂੰ। ਕਦੋਂ ਚਲਿਆ ਜਾਂਦਾ ਸਾਨੂੰ ਕੋਈ ਪਤਾ ਨਹੀਂ ਲੱਗਦਾ। ਕੁਦਰਤ ਦਾ ਹੁਕਮ ਹੁੰਦਾ, ਸਾਡਾ ਜਿਹੜਾ ਸਰੀਰ ਹੈ ਢਹਿ ਢੇਰੀ ਹੋ ਜਾਂਦਾ।
ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਕੁਆਰ ਕੰਨਿਆ ਜੈਸੇ ਕਰਤ ਸਿੰਗਾਰਾ, ਕਿਉ ਰਲੀਆਂ ਮਾਨੇ ਬਾਜ ਪਤਾਰਾ। ਜਦ ਤੱਕ ਸਾਡੀ ਸੁਰਤ ਸ਼ਬਦ ਨਾਲ ਨਹੀਂ ਜੁੜਦੀ, ਕਿਵੇਂ ਅਸੀਂ ਭੈ ਤੋਂ ਮੁਕਤ ਹੋ ਸਕਦੇ ਹਾਂ, ਕਿਵੇਂ ਉਹਦਾ ਦਰਸ਼ਨ ਕਰ ਸਕਦੇ ਹਾਂ। ਪਰ ਫਿਰ ਵੀ ਲੋਕਾਂ ਨੇ ਭੇਖ ਅਨੇਕ ਅਗਰ ਨਹੀਂ ਬੂਝੇ, ਕੋਟ ਆਪਾ ਦਰਗੇ ਨਹੀਂ ਸੀ ਜੇ, ਭੇਖ ਨੂੰ ਵੱਡਾ ਮੰਨ ਲਿਆ। ਸੁਖਮਨੀ ਸਤਿਗੁਰ ਸਮਝਾਉਂਦੇ ਨੇ, ਪਰ ਦਰਗਾਹ ਦੀ ਸੋਝੀ ਥੋੜ੍ਹੀ ਹੁੰਦੀ ਹੈ ਉਹਦੇ ਨਾਲ, ਭੇਖ ਨਾਲ ਉਹ ਤਾਂ ਹੰਕਾਰ ਵੱਧ ਜਾਂਦਾ ਵਾ। ਉਹੀ ਭਗਤ ਜੀ ਸਮਝਾ ਰਹੇ ਨੇ, ਸ਼ਿੰਗਾਰ ਕੀਤੇ ਦਾ ਕੀ ਫਾਇਦਾ ਹੋਇਆ। ਕੁਆਰ ਕੰਨਿਆ ਜੈਸੇ ਕਰਤ ਸਿੰਗਾਰਾ, ਕਿਉ ਰਲੀਆਂ ਮਾਨੇ ਬਾਜ ਪਤਾਰਾ। ਜਦ ਤੱਕ ਪਤੀ ਪਰਮੇਸ਼ਰ ਦਾ ਦਰਸ਼ਨ ਨਹੀਂ ਹੁੰਦਾ, ਹੁਕਮ ਦਾ, ਕਿਵੇਂ ਰੰਗ ਮਾਣ ਸਕਦੇ ਹਾਂ ਅਸੀਂ ਨਾਮ ਦਾ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ, ਕਾਗ ਉਡਾਵਤ ਪੂਜਾ ਪਿਰਾਨੀ, ਕਹਿ ਕਬੀਰ ਇਹ ਕਥਾ ਸਿਰਾਨੀ। ਇਹ ਕਾਗ ਮਨ ਕਲਪਨਾ ਕਰ ਕਰਕੇ ਸਾਰਾ ਜੀਵਨ ਹੀ ਖਰਾਬ ਕਰ ਲੈਂਦਾ। ਆਪਾਂ ਬਾਬਾ ਫਰੀਦ ਜੀ ਦਾ ਸਲੋਕ ਲੈਂਦੇ ਹਾਂ, ਕਾਗਾ ਚੂੰਡ ਨਾ ਪਿੰਜਰਾ, ਬਸੇ ਤਾਂ ਉੱਡਰ ਜਾਏ, ਜਿੱਤ ਪਿੰਜਰੇ ਮੇਰਾ ਸਹੁ ਵਸੇ, ਮਾਸ ਨਾ ਤੇ ਦੁਖਾਏ। ਇਹ ਮਨਾ ਜੇ ਬਸਣਾ ਚਾਹੁੰਦਾ ਇੱਥੋਂ ਉੱਡ ਜਾ, ਤਰਕੁੱਟੀ ਚੋਂ ਇਹ ਜਿਹੜੀ ਖੋਪੜੀ 'ਚ ਬੈਠਾ ਤੂੰ ਸੰਸਾਰ ਨਾਲ ਜੁੜ ਕੇ ਦੇਖਦਾ ਮੈਂ ਕਿੰਨਾ ਚਿਰ ਬੈਠੇਗਾ। ਕਾਗਾ ਕਰਨ ਢਡੋਲਿਆ ਸਗਲਾ ਖਾਇਆ ਮਾਸ, ਇਹ ਦੂਈ ਨੈਣਾ ਮਤ ਸੋ ਫਿਰ ਦੇਖਣ ਕੀ ਆਸ। ਉਹੀ ਭਗਤ ਜੀ ਸਮਝਾ ਰਹੇ ਨੇ, ਸਾਰਾ ਜੀਵਨ ਸਾਡਾ ਕਲਪਨਾ ਕਰਦਿਆਂ ਦਾ ਨਿਕਲ ਜਾਂਦਾ ਵਾ, ਸਾਰੀ ਬੁੱਧੀ ਖਰਾਬ ਕਰ ਦਿੰਦਾ ਕਾਮ ਰੂਪ ਮਨ ਨੇ ਕਲਪਨਾ ਕਰ ਕਰਕੇ। ਜਦੋਂ ਸਾਨੂੰ ਸੱਚ ਦਾ ਗਿਆਨ ਪੈਦਾ ਹੁੰਦਾ ਹੈ, ਉਹਦੀ ਕੁਦਰਤੀ ਰਹਿਮਤ ਹੁੰਦੀ ਹੈ, ਫਿਰ ਸਾਨੂੰ ਕੁਛ ਮਨ ਬੁੱਧੀ ਦੇ ਵਿੱਚ ਆਸ ਜਾਗਦੀ ਹੈ ਵੀ ਹੁਣ ਮੈਨੂੰ ਪਿਰ ਦਾ ਦਰਸ਼ਨ ਹੋਊਗਾ। ਉਹੀ ਭਗਤ ਜੀ ਸਮਝਾਉਂਦੇ ਨੇ, ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਨਹੀਂ ਚੱਲਦੇ, ਅਵਸਥਾ ਨਹੀਂ ਪ੍ਰਾਪਤ ਕਰਦੇ ਨੌਵੇਂ ਪਾਤਸ਼ਾਹ ਦੀ ਸਲੋਕ ਵਾਲੀ, ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ। ਕਾਗ ਉਡਾਵਤ ਭੁਜਾ ਪੁਰਾਣੀ, ਇਹ ਸਰੀਰ ਢੇਰੀ ਹੋ ਜਾਂਦਾ। ਕਹਿ ਕਬੀਰ ਇਹ ਕਥਾ ਸਰਾਣੀ, ਲੇਖਾ ਉਹਦੇ ਸਿਰ 'ਤੇ ਉਵੇਂ ਰਹਿ ਜਾਂਦਾ। ਆਇਆ ਤਾਂ ਲੇਖਾ ਮਕਾਉਣ ਸੀਗਾ, ਪਰ ਉਵੇਂ ਸਿਰ 'ਤੇ ਲੈ ਕੇ ਫਿਰ ਮੁੜ ਗਿਆ, ਫਿਰ ਜੰਮਣ ਮਰਨ ਚੱਲਿਆ ਗਿਆ। ਆਪਾਂ ਫਿਰ ਕਬੀਰ ਜੀ ਦਾ ਸਲੋਕ ਲੈਂਦੇ ਹਾਂ, ਸੂਹੀ ਕਬੀਰ ਜੀਓ। ਅਮਲ ਸਿਰਾਨੂੰ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ। ਅਮਲ ਨਹੀਂ ਕੀਤਾ ਜੀਵ ਨੇ ਸੰਸਾਰ 'ਚ ਆ ਕੇ, ਕਿਉਂ ਨਹੀਂ ਅਮਲ ਕੀਤਾ? ਆਪ ਵੱਡਾ ਬਣ ਗਿਆ, ਸਾਰਿਆਂ ਦੀ ਰੇਸ ਵੱਡਾ ਬਣਨ ਦੀ ਲੱਗੀ ਹੋਈ ਆ। ਪਰ ਭਗਤ ਜੀ ਸਮਝਾਉਂਦੇ ਨੇ, ਕਿੱਡਾ ਵੱਡਾ ਵੀ ਇਹ ਬਣ ਜਾਵੇ ਪਰ ਕਾਲ ਤਾਂ ਫਿਰ ਵੀ ਨਹੀਂ ਛੱਡਦਾ। ਰਾਜਾ ਪਰਜਾ ਸੰਕਰ ਮਾਰੇ ਐਸੋ ਕਾਲ ਪਟਾਨੀ, ਵੱਡਾ ਬਣ ਕੇ ਫਿਰ ਕੀ ਖੱਟਿਆ ਅਸੀਂ? ਨਿਵੇਂ ਸੋ ਗੌਰਾ ਹੋਏ, ਉਹੀ ਵੱਡਾ ਵਾ ਜਿਹੜਾ ਗੁਰਸ਼ਬਦ ਗੁਰੂਆਂ ਦੇ ਅੱਗੇ ਝੁਕ ਜਾਂਦਾ ਹੈ, ਉਹਨਾਂ ਦੇ ਦਰਸਾਏ ਰਾਹ 'ਤੇ ਚੱਲਦਾ, ਉਹੀ ਇਹ ਅਵਸਥਾ ਪ੍ਰਾਪਤ ਕਰਦੇ ਨੇ। ਆਪਾਂ ਵੀ ਇਹ ਅਵਸਥਾ ਪ੍ਰਾਪਤ ਕਰਨੀ ਤਾਈਓ ਹੋਊ ਜੀ ਆਪਾਂ ਗੁਰੂ ਭਗਤਾਂ ਦੇ ਅਨੁਸਾਰ ਚੱਲਾਂਗੇ। ਅਮਲ ਸਰਾਨੋ ਲੇਖਾ ਦੇ ਨਾ, ਆਏ ਕਠਨ ਜਮ ਦੂਤ ਲੈਣਾ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਇਹ ਜੀਵ ਹੱਥ ਜੋੜੀ ਕਰਦਾ ਹੈ ਜਮਾਂ ਦੇ ਅੱਗੇ, ਮੈਨੂੰ ਅੱਜ ਦੀ ਰਾਤ ਛੱਡ ਦਿਓ, ਅੱਗੇ ਆ ਜਾਣਾ ਆਪਾਂ ਨੂੰ। ਗਾਉਂ ਕਿਸ ਵਾਕੀ ਲਿਹੂ ਨਵੇਰਾਜ ਕੀ ਰਾਤੀ। ਉਹ ਕਹਿੰਦੇ ਤੈਂ ਅਮਲ ਨਹੀਂ ਕੀਤਾ ਸੰਸਾਰ 'ਚ ਆ ਕੇ, ਜਿਹੜਾ ਟਾਈਮ ਸੀ ਤੇਰਾ ਪੂਰਾ ਹੋ ਗਿਆ, ਹੁਕਮ ਆਇਆ ਤੈਨੂੰ ਜਾਣਾ ਹੀ ਪਊਗਾ। ਕੋਈ ਵੀ ਜਦੋਂ ਹੁਕਮ ਆਉਂਦਾ ਇਹਨੂੰ ਕੋਈ ਮੋੜ ਹੀ ਨਹੀਂ ਸਕਦਾ। ਚਲੋ ਸਿਤਾਬ ਦੀਵਾਨ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗੇ ਕਾ ਆਇਆ। ਉਹਦੇ ਹੁਕਮ ਤੋਂ ਬਿਨਾਂ ਥੋੜ੍ਹੀ ਕੋਈ ਸਾਨੂੰ ਮਾਰ ਸਕਦਾ। ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜਦ ਤੱਕ ਉਹਦਾ ਹੁਕਮ ਨਹੀਂ ਹੁੰਦਾ ਕੋਈ ਸਾਨੂੰ ਮਾਰ ਨਹੀਂ ਸਕਦਾ। ਜਿਸ ਰੱਖੇ ਤੂੰ ਤਿਸ ਮਾਰੇ ਕੌਣ, ਜਿਸ ਮਾਰੇ ਤੂੰ ਬਚਾਵੇ ਕੌਣ। ਜਦੋਂ ਹੁਕਮ ਆ ਗਿਆ ਕੋਈ ਨਹੀਂ ਬਚਾ ਸਕਦਾ ਸਾਨੂੰ, ਨਾ ਕੋਈ ਰੱਖ ਸਕਦਾ ਹੈ। ਉਹੀ ਤਾਂ ਆਪਾਂ ਕਿਰਪਾ ਰਹਿਮਤ ਲੈਣੀ ਹੈ, ਸਤਿਗੁਰਾਂ ਦੀ ਬਾਣੀ ਦਾ ਓਟ ਆਸਰਾ ਲੈਣਾ, ਫੇਰ ਹੀ ਸਾਨੂੰ ਇਹ ਪ੍ਰਾਪਤੀ ਹੋਊਗੀ। ਰਹਾਓ ਕਰੂੰ ਅਰਦਾਸ ਗਾਵ ਕਿਸ ਬਾਕੀ, ਲੇਹੂ ਨਵੇਰ ਆਜ ਕੀ ਰਾਤੀ। ਫਿਰ ਹੱਥਾਂ ਜੋੜੀ ਕਰਦਾ ਹੈ, ਮੈਂ ਗਾਉਂ ਪਿੰਡ ਦੇ ਵਿੱਚ ਆ ਕੋਈ ਜਿਹੜਾ ਹਿਸਾਬ ਕਿਤਾਬ ਆ ਨਵੇੜ ਲਾ, ਮੈਨੂੰ ਇੱਕ ਰਾਤ ਛੱਡ ਦਿਓ। ਅੱਗੇ ਕੀ ਭਗਤ ਜੀ ਸਮਝਾਉਂਦੇ ਨੇ, ਕਿਸ ਪੀ ਖਰਚ ਤੁਮਾਰਾ ਸਾਰੂ,
ਸੁਮੀ ਨਵਾਜ ਸਰਾਈ ਗੁਜ਼ਾਰੂ, ਕਹਿੰਦਾ ਤੁਹਾਨੂੰ ਰੱਖੂੰਗਾ, ਕੁਛ ਤੁਹਾਨੂੰ ਦਊਂਗਾ ਹੀ। ਰਿਸ਼ਵਤ ਦਿੰਦਾ ਹੈ ਉਸ ਟਾਈਮਾਂ। ਦੇਖੋ ਭਗਤ ਕਬੀਰ ਜੀ ਦੇ ਟਾਈਮਾਂ ਇੰਨਾ ਸ਼ੈਤਾਨ ਹੈ ਮਨ। ਜਮਾਂ ਨੂੰ ਵੀ ਰਿਸ਼ਵਤ ਦਿੰਦਾ ਵਾ, ਕਹਿੰਦਾ ਤੁਹਾਨੂੰ ਵੀ ਕੁਛ ਦਊਂਗਾ ਜੇ ਰਾਤ ਰੱਖੂਗਾ। ਕਹਿੰਦਾ ਸਵੇਰੇ ਮੈਂ ਤੁਹਾਡੇ ਉੱਠ ਕੇ ਨਾਲ ਚੱਲੂੰਗਾ, ਆਪਾਂ ਨਵਾਜ਼ ਦੇ ਵਿੱਚ ਜਾ ਕੇ ਬਹਿ ਜਾਵਾਂਗੇ। ਪਰ ਉਹਨੂੰ ਗਿਆਨ ਨਹੀਂ ਹੈਗਾ ਵੀ ਤੇਰਾ ਤਾਂ ਜਿਹੜਾ ਜੰਮਣ ਮਰਨ ਪੱਕਾ ਹੋ ਗਿਆ 84 ਲੱਖ ਜੂਨੀ ਦਾ। ਅੱਗੇ ਕੀ ਕਹਿੰਦੇ ਭਗਤ ਜੀ, ਸਾਧ ਸੰਗ ਜਾ ਕੋ ਹਰ ਰੰਗ ਲਾਗਾ, ਧਨ ਧਨ ਸੋ ਜਨ ਪੁਰਖ ਸੁਭਾਗਾ। ਉਹ ਭਾਗਾਂ ਵਾਲੇ ਪੁਰਖ, ਉਹ ਗੁਰਸਿੱਖ ਭਾਗਾਂ ਵਾਲੇ ਹੋ ਜਾਂਦੇ ਨੇ, ਉਹ ਸੰਤ ਜਨ ਭਾਗਾਂ ਵਾਲੇ ਹੋ ਜਾਂਦੇ। ਉਹੀ ਤਾਂ ਨਵੇਂ ਪਾਤਸ਼ਾਹ ਆਪਾਂ ਨੂੰ ਸਮਝਾ ਰਿਹਾ। ਆਪਾਂ ਵੀ ਇਹ ਅਵਸਥਾ ਪ੍ਰਾਪਤ ਕਰਨੀ ਹੈ, ਫੇਰ ਹੀ ਸਾਡਾ ਸੰਸਾਰ 'ਤੇ ਆਉਣਾ ਸਫਲ ਹੋਊਗਾ। ਈਤ ਊਤ ਜਨ ਸਦਾ ਸਹੇਲੇ, ਜਨ ਪਦਾਰਥ ਜੀਤ ਅਮੋਲੇ। ਜਨ ਪਦਾਰਥ ਜਿੱਤ ਲੈਂਦੇ ਨੇ। ਜਿਹੜੇ 4 ਪਦਾਰਥ ਅਸੀਂ ਲੈਣ ਆਏ ਹਾਂ ਉਹਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਪਹਿਲਾਂ ਆਪਾਂ ਨੂੰ ਗਿਆਨ ਹੋ ਜਾਂਦਾ ਗੁਰ ਸ਼ਬਦ ਦੇ ਵਿੱਚੋਂ, ਫਿਰ ਮੁਕਤੀ ਮਿਲ ਜਾਂਦੀ ਹੈ, ਫਿਰ ਨਾਮ ਦੀ ਸਾਡੀ ਭਗਤੀ ਸ਼ੁਰੂ ਹੋ ਜਾਂਦੀ ਹੈ। ਚੌਥਾ ਸਾਡਾ ਜਨਮ ਹੋ ਜਾਂਦਾ। ਇੱਥੇ ਉੱਥੇ ਉਹ ਸਹੇਲੇ ਹੁੰਦੇ, ਸੁਖਾਲੇ ਉਹਨਾਂ ਦਾ ਜੀਵਨ ਨਿਕਲਦਾ ਵਾ। ਆਪਾਂ ਸੁਖਣੀ ਸਤਿਗੁਰਾਂ ਦੇ ਬਚਨ ਲੈ ਲੈਣੇ। ਇਹ ਲੋਕ ਸੁਖੀਏ ਪਰ ਲੋਕ ਸਹੇਲੇ। ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਪਿਆ ਪਰਾਇਆ। ਜੋ ਵੀ ਸੰਪਤ ਆਪਣੀ ਕਰਕੇ ਮੰਨੀ ਬੈਠਾ ਸੀਗਾ, ਜਾਣਦਾ ਸੀਗਾ, ਮਨ ਜਾਣਤੀ ਸੀ ਸਭ ਬਾਤ, ਜਾਣਤੇ ਹੀ ਔਗਣ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪ ਲੈ ਕੂਏ ਕਰੇ। ਜਾਣਦਾ ਧਰਮੀ ਵੀ ਬਣਦਾ, ਮਾਇਆ ਇਕੱਠੀ ਕਰਦਾ ਵਾ। ਆ ਫਿਰ ਦੇਖ ਲਓ ਭਗਤ ਜੀ ਕੀ ਸਮਝਾਉਂਦੇ ਨੇ, ਸਾਰਾ ਪਰਾਇਆ ਹੋ ਗਿਆ। ਜੋ ਸੰਪਤ ਆਪਣੀ ਕਰਮਾਨੀ ਛਿਨਵੇਂ ਪਈ ਪਰਾਈ। ਕਉ ਕਬੀਰ ਤੇਈ ਨਰ ਭੂਲੇ, ਖਸਮ ਵਿਸਾਰ ਮਾਟੀ ਸੰਗਰੂਲੇ। ਜਿਹੜੇ ਗੁਰਸਿੱਖ ਨਰ ਗੁਰ ਸ਼ਬਦ ਤੋਂ ਭਾਵ ਗੁਰਬਾਣੀ ਤੋਂ, ਗੁਰੂ ਉਪਦੇਸ਼ ਤੋਂ ਚੁੱਕ ਜਾਂਦੇ ਨੇ, ਭੁੱਲ ਜਾਂਦੇ ਨੇ, ਉਹਦਾ ਓਟ ਆਸਰਾ ਨਹੀਂ ਲੈਂਦੇ, ਉਹ ਫਿਰ ਜੰਮਣ ਮਰਨ ਨੂੰ ਚਲੇ ਜਾਂਦੇ। ਉਹੀ ਭਗਤ ਕਬੀਰ ਜੀ ਸਮਝਾਉਂਦੇ, ਖਸਮ ਵਿਸਾਰ ਮਾਟੀ ਸੰਗਰੂਲੇ। ਨਹੀਂ ਭਾਈ, ਆਓ ਸਾਰੇ ਮਿਲ ਕੇ ਆਪਾਂ ਇਹ ਗੁਰਬਾਣੀ ਨੂੰ ਵਿਚਾਰੀਏ, ਸਾਡੇ 'ਤੇ ਵੀ ਕਿਰਪਾ ਰਹਿਮਤ ਹੋਵੇ, ਸਾਨੂੰ ਵੀ ਇਹ ਅਵਸਥਾ ਪ੍ਰਾਪਤ ਹੋਵੇ ਜੋ ਗੁਰੂ ਸਾਹਿਬ ਨਵੇਂ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ। ਜੇ ਮਾਇਆ ਮਮਤਾ ਤਜੀ ਸਭ ਤੇ ਪਇਓ ਦਾਸ, ਕਹੋ ਨਾਨਕ ਸੁਣ ਰੇ ਮਨਾ ਤਹਿ ਘਟ ਬ੍ਰਹਮ ਨਿਵਾਸ। ਅਸੀਂ ਵੀ ਬ੍ਰਹਮ 'ਚ ਲੀਨ ਹੋਈਏ, ਸਾਨੂੰ ਵੀ ਇਹ ਪ੍ਰਾਪਤੀ ਹੋਈ। ਆਓ ਸਾਰੇ ਮਿਲ ਕੇ ਅਸੀਂ ਇਹ ਮਨੁੱਖਾ ਦੇਹੀ ਦਾ ਲਾਹਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।